कवण कवण गुण कह कह गावा, तू साहिब गुणी निधान। तुमरी महिमा वरन न साकूं, तू ठाकुर ऊच भगवाना। जिह्वा एक कवण गुण कहिए, बेसुमार बेअंत स्वामी। तेरो अंत न किन्हीं लहिए, बेसुमार बेअंत स्वामी। तेरो अंत न किन्हीं लहिए। जागदी जोत शब्द गुरु बाणी के बोहित। धन धन श्री गुरु ग्रंथ साहब महाराज जी दी पावन पवित्र हजूरी दे विच जुड़ बैठे सतसंगी जनों, सतगुरां ने पार कृपा की है। गुरु साहब जी दी असीम कृपा सदका धन धन गुरु तेग बहादुर महाराज जी दे उचारण किए हुए अमृतमयी बोल, जिन्हां दी आपां लड़ीवार विचार पिछले समय तो गुरु असीस नाल सरवण करते आ रहे हैं। अज सोरठ राग का चौथा शबद जिसकी आपां विचार करनी है। सोरठ महला नौवां। मन रे प्रभ की शरण विचारो, जे सिमरत गनकासी उधरी। ताको जस उरतारो रहाओ। ये पावन शब्द 632 अंक दे उत्ते दर्ज है। आओ इस शब्द की विचार करन तो पहला मनोवृत्तियां एकाग्र करो। प्रेम सहित गुरु की बख्शी पावन फतेह की सांद आखो जी। वाहिगुरु जी का खालसा, वाहिगुरु जी की फतेह। सोरठ महला नौवां। सोरठ महला नौवां। मन रे प्रभ की शरण विचारो, मन रे प्रभ की शरण विचारो। जे सिमरत गनकासी उधरी, जे सिमरत गंकासी उधरी। ताको जस उर तारो, ताको जस उर तारो। मन रे प्रभ की शरण विचारो, मन रे प्रभ की शरण विचारो। जे सिमरत गनकासी उधरी, जे सिमरत गनकासी उधरी। ताको जस उर तारो, ताको जस उर तारो। रहाओ रहाओ। अटल भयो त्रु जाकै सिमरन, अटल भयो त्रु जाकै सिमरन। अनिर्भय पद पाया, हर निर्भय पद पाया। दुख हरता ए विद को स्वामी, दुख हरता ए विद को स्वामी।
ਤੈਂ ਕਾਹੇ ਵਿਸਰਾਇਆ। ਤੈਂ ਕਾਹੇ ਬਿਸਰਾਇਆ। ਜਬ ਕੀ ਸਰਨ ਗਹੀ ਕਿਰਪਾ ਨਿਧ। ਜਬ ਹੀ ਸਰਨ ਗਹੀ ਕਿਰਪਾ ਨਿਧ। ਗਜ ਗਰਾਹ ਤੇ ਛੂਟਾ। ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾਂ ਲਉ ਵਰਨੋ। ਮਹਿਮਾ ਨਾਮ ਕਹਾਂ ਲਉ ਵਰਨੋ। ਰਾਮ ਕਹਿਤ ਬੰਧਨ ਤੇ ਟੂਟਾ। ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਨੇ। ਅਜਾਮਲ ਪਾਪੀ ਜਗ ਜਾਨੇ। ਨਿਮਖ ਮਾਹੇ ਨਿਸਤਾਰਾ। ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ। ਨਾਨਕ ਕਹਿਤ ਚੇਤ ਚਿੰਤਾ ਮਨ। ਤੈ ਹੀ ਉਤਰਹਿ ਪਾਰਾ। ਤੈਂ ਪੀ ਉਤਰੈ ਪਾਰਾ। ਅਜਾਮਲ ਪਾਪੀ ਜਗ ਜਾਨੇ। ਅਜਾਮਲ ਪਾਪੀ ਜਗ ਜਾਨੇ। ਨਿਮਖ ਮਾਹੇ ਨਿਸਤਾਰਾ। ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ। ਨਾਨਕ ਕਹਿਤ ਚੇਤ ਚਿੰਤਾ ਮਨ। ਤੈ ਹੀ ਉਤਰਹਿ ਪਾਰਾ। ਤੈਂ ਪੀ ਉਤਰੈ ਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਮਹਾਰਾਜ, ਕਿਉਂਕਿ ਸਾਹਿਬ ਜੀ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਜਾਂ ਧਰਮ ਪ੍ਰਚਾਰ ਦਾ ਸਮਾਂ ਆਪ ਜੀ ਨੇ ਪੂਰਬਲੇ ਵਾਲੇ ਪਾਸੇ ਉਹ ਸਮਾਂ ਲਾਇਆ ਜਦੋਂ ਸਤਿਗੁਰੂ ਜੀ ਨੇ ਪ੍ਰਚਾਰਕ ਦੌਰੇ ਕੀਤੇ। ਜਿਨ੍ਹਾਂ ਥਾਵਾਂ ਤੋਂ ਪੂਰਬ ਵੱਲ ਗੁਰੂ ਨਾਨਕ ਪਾਤਸ਼ਾਹ ਗਏ, ਉਹਨਾਂ ਤੋਂ ਬਾਅਦ ਹੋਰ ਕੋਈ ਗੁਰੂ ਉੱਥੇ ਨਹੀਂ ਸੀ ਪਹੁੰਚਿਆ ਸਰੀਰ ਕਰਕੇ। ਭਾਵੇਂ ਬਾਣੀ ਕਰਕੇ ਸਤਿਗੁਰੂ ਦੀ ਵਿਚਾਰਧਾਰਾ ਉਹਨਾਂ ਇਲਾਕਿਆਂ ਦੇ ਅੰਦਰ ਲੋਕ ਕਮਾ ਰਹੇ ਸਨ, ਤਾਂ 9ਵੇਂ ਜਾਮੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਲੋਕਾਂ ਕੋਲ ਪਹੁੰਚੇ ਜਿਨ੍ਹਾਂ ਲੋਕਾਂ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ, ਗੁਰੂ ਸਾਹਿਬ ਜੀ ਦੇ ਸਿਧਾਂਤ ਸਨ। ਔਰ ਗੁਰੂ ਸਾਹਿਬ ਜੀ ਨੇ ਇਹ ਵੀ ਵੇਖਿਆ ਕਿ ਇੱਥੇ ਜੋ ਕਥਾ ਕਹਾਣੀਆਂ ਚੱਲਦੀਆਂ ਹਨ, ਉਹਦੇ ਵਿੱਚ ਗਣਕਾ ਦਾ ਜ਼ਿਕਰ ਹੈ, ਉਹਦੇ ਵਿੱਚ ਧਰੂ ਦਾ ਜ਼ਿਕਰ ਹੈ, ਉਹਦੇ ਵਿੱਚ ਅਜਾਮਲ ਪਾਪੀ ਦਾ ਜ਼ਿਕਰ ਹੈ, ਉਹਦੇ ਵਿੱਚ ਗਰ ਗਰਹਾ ਤੇ ਛੁੱਟੇ ਵਾਲੀ ਵਿਚਾਰਧਾਰਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀ ਨੇ ਉਹਨਾਂ ਨੂੰ ਆਖਿਆ, ਜੇ ਪਰਮਾਤਮਾ ਦਾ ਸਿਮਰਨ ਕਰਕੇ ਇਹ ਲੋਕ ਸਿੱਧੇ ਰਸਤੇ ਤੇ ਪੈ ਸਕਦੇ ਨੇ, ਤੁਸੀਂ ਕਿਉਂ ਨਹੀਂ? ਇਸ ਕਰਕੇ ਗੁਰਦੇਵ ਪਿਤਾ ਨੇ ਉਹਨਾਂ ਲੋਕਾਂ ਨੂੰ ਉਹਨਾਂ ਹੀ ਦੀ ਭਾਸ਼ਾ ਦੇ ਵਿੱਚ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਵਿੱਚ ਹਿੰਦੀ, ਬ੍ਰਜ ਭਾਸ਼ਾ ਔਰ ਸੰਸਕ੍ਰਿਤ ਦੇ ਸੌਖੇ ਲਫ਼ਜ਼ ਸਤਿਗੁਰੂ ਨੇ ਕਿਤੇ ਕਿਤੇ ਵਰਤੇ ਹਨ, ਤਾਂ ਕਿ ਆਮ ਬੰਦਾ ਜਿਹੜਾ ਹੈ ਉਸ ਨੂੰ ਸਮਝ ਆ ਸਕੇ ਕਿ ਸਾਡਾ ਜੀਵਨ ਕਿਰਦਾਰ ਕੀ ਹੈ, ਅਸੀਂ ਕਿਸ ਤਰ੍ਹਾਂ ਇਹਨਾਂ ਵਿਕਾਰਾਂ ਤੋਂ, ਇਹਨਾਂ ਦੁੱਖਾਂ ਤੋਂ ਬਚ ਸਕਦੇ ਹਾਂ, ਔਰ ਸਾਨੂੰ ਕਿਉਂ ਪਰਮਾਤਮਾ ਦਾ ਜਸ ਹਿਰਦੇ ਵਿੱਚ ਟਿਕਾਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਬੜੇ ਸੁਖੈਨ ਢੰਗ ਦੇ ਨਾਲ ਸਾਨੂੰ ਵਿਚਾਰ ਬਖਸ਼ੇ। ਸੋਰਠ ਮਹਿਲਾ 9ਵਾਂ, ਰਾਗ ਦਾ ਨਾਮ ਸੋਰਠ ਹੈ। ਮਹਿਲਾ 9ਵਾਂ ਦਾ ਅਰਥ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ 9ਵੇਂ ਜਾਮੇ ਵਿੱਚ ਇਹ ਬਚਨ ਉਚਾਰਨ ਹੋਏ। ਆਓ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਹ ਬਚਨ ਹਨ ਤੇ ਮਹਾਰਾਜ ਆਖਰ ਨੇ, ਮਨ ਦੇ ਪ੍ਰਭ ਕੀ ਸਰਨ ਵਿਚਾਰੋ। ਇੱਥੇ ਵੀ ਮਨ ਨੂੰ ਸੰਬੋਧਨ ਹੈ, ਕਿਉਂਕਿ ਅਸੀਂ ਪਿੱਛੇ ਪੜ੍ਹਿਆ ਮਨ ਦੇ ਕੋਣ ਕੁਮਤ ਤੈ ਲੀਨੀ। ਉਸ ਤੋਂ ਪਹਿਲਾਂ ਅਸੀਂ ਪੜ੍ਹਿਆ ਕਿ ਮਨ ਕੀ ਮਨ ਹੀ ਮਾਹਿ ਰਹੀ। ਅਸਲ ਦੇ ਵਿੱਚ ਮਨ ਦੇ ਅੰਦਰ ਜੋ ਹੁਰਨੇ ਉੱਠਦੇ ਹਨ ਔਰ ਜੋ ਖਿਆਲ ਕਈ ਵਾਰੀ ਪੈਦਾ ਹੁੰਦੇ ਹਨ, ਸ਼ੁਭ ਵਿਚਾਰਾਂ, ਉਹ ਕਈ ਵਾਰੀ ਮਨ ਵਿੱਚ ਹੀ ਰਹਿ ਜਾਂਦੀਆਂ ਹਨ।
ਮਨੁੱਖ ਦੇ ਜੀਵਨ 'ਚ ਨਹੀਂ ਆਉਂਦੀਆਂ। ਇਸ ਕਰਕੇ ਮਨ ਕੀ ਮਨ ਹੀ ਮਾਏ ਨਾ ਰਵੇ। ਸਤਿਗੁਰ ਨੇ ਉਦਾਹਰਨ ਦੇ ਕੇ ਕਿਹਾ ਸੀ, ਮਨ ਰੇ ਕੋਣ ਕੁਮਤ ਤੈਂ ਲੈਣੀ, ਤੂੰ ਕਿਹੜੀ ਭੈੜੀ ਮਤ ਲੈ ਲਈ। ਸੁਪਨੇ ਕੁਝ ਹੋਰ ਵੇਖਦਾ, ਚਾਹਤ ਕੁਝ ਹੋਰ ਰੱਖਦਾ ਕਿ ਰੱਬ ਨੂੰ ਮਿਲਣਾ ਹੈ, ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ, ਇਹ ਤੇਰੇ ਅੰਦਰ ਚੱਲਦਾ ਹੈ। ਪਰ ਇਹ ਗੱਲਾਂ ਤੇਰੀ ਮਨ ਦੇ ਵਿੱਚ ਰਹਿ ਜਾਣੀਆਂ ਜਦੋਂ ਮੌਤ ਨੇ ਤੇਰੇ ਸਿਰ ਤੇ ਆ ਕੇ ਖੜ ਜਾਣਾ। ਔਰ ਤੂੰ ਇਹਨਾਂ ਭੈੜੇ ਕੰਮਾਂ ਦੇ ਵਿੱਚ ਹੀ ਫਸਿਆ ਰਹੇਗਾ। ਇਹਨਾਂ ਵਿੱਚੋਂ ਨਿਕਲ ਕੇ ਅੱਗੇ ਵੱਧ ਤਾਂ ਪਰਮਾਤਮਾ ਨਾਲ ਸਾਂਝ ਬਣੇਗੀ। ਇੱਥੇ ਮਰ ਕਹਿਣ ਲੱਗੇ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਆਖਣ ਲੱਗੇ, ਹੇ ਮਨ, ਪਰਮਾਤਮਾ ਦੀ ਸ਼ਰਨ ਪੈ ਕੇ ਉਹਦੇ ਨਾਮ ਦਾ ਧਿਆਨ ਧਰਿਆ ਕਰ, ਉਹਦਾ ਸਿਮਰਨ ਕਰਿਆ ਕਰ। ਭਾਵ ਕਿ ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਉਹਦੇ ਨਾਮ ਦਾ ਧਿਆਨ ਧਰਨਾ ਹੈ, ਉਸਦੇ ਨਾਮ ਦੀ ਵਿਚਾਰ ਕਰਨੀ, ਉਸਨੂੰ ਵਿਚਾਰਨਾ ਹੈ। ਧਿਆਨ ਧਰਨਾ, ਵਿਚਾਰਨਾ, ਮਨਨ ਕਰਨਾ, ਸਿਮਰਨ ਕਰਨਾ, ਇਹ ਸਾਰੇ ਅੱਖਰ ਇੱਕ ਹੀ ਚੀਜ਼ ਨੂੰ ਦਰਸਾ ਰਹੇ ਹਨ ਕਿ ਇਸ ਨੂੰ ਧਿਆਨ ਦੇ ਵਿੱਚ ਲੈ ਕੇ ਆਉਣਾ, ਪਰਮਾਤਮਾ ਦੇ ਨਾਮ ਨੂੰ। ਇਸ ਨਾਮ ਦੇ ਵਿੱਚ ਕਿੰਨੀ ਤਾਕਤ ਹੈ, ਉਹ ਨਾਮ ਕਿੰਨਾ ਕੁ ਮਹਾਨ ਹੈ, ਜਿਸ ਨਾਮ ਨੇ ਇਤਨੇ ਵੱਡੇ ਵੱਡੇ ਪਾਪੀਆਂ ਦਾ ਉद्धार ਕੀਤਾ ਹੈ। ਸਤਿਗੁਰ ਆਖਣ ਲੱਗੇ, ਹੇ ਮੇਰੇ ਮਨ, ਉਸ ਨਾਮ ਦੇ ਨਾਲ ਜੁੜ, ਨਾਮ ਨੂੰ ਧਿਆਨ ਵਿੱਚ ਰੱਖ। ਕਿਉਂਕਿ ਸਾਨੂੰ ਵੀ ਬਾਰ-ਬਾਰ ਬਾਣੀ ਦੇ ਵਿੱਚ ਉਸ ਨੂੰ ਧਿਆਨ ਦੇ ਵਿੱਚ ਰੱਖਣ ਵਾਸਤੇ, ਜਪਣ ਵਾਸਤੇ ਕਿਹਾ। ਜਿਵੇਂ ਮਾਰਕ ਨੇ 8 ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਪੂਰਨ ਸਤਿਗੁਰ ਦੇ ਗਿਆਨ ਨੂੰ 8 ਪਹਿਰ ਯਾਦ ਰੱਖਣਾ, ਆਰਾਧਨਾ, ਚੇਤੇ ਕਰਨਾ, ਉਹਦਾ ਧਿਆਨ ਕਰਨਾ। ਕਿਉਂਕਿ ਪੂਰਨ ਸਤਿਗੁਰ ਦਾ ਜੋ ਗਿਆਨ ਹੈ ਉਹ ਭਗਵਾਨ ਦਾ ਹੀ ਗਿਆਨ ਹੈ। ਔਰ ਇਸ ਗਿਆਨ ਨੂੰ ਜੇ ਆਪਾਂ ਧਿਆਨ 'ਚ ਰੱਖਾਂਗੇ, ਇਹ ਸਮਝ ਲਓ ਅਸੀਂ ਰੱਬ ਨੂੰ ਧਿਆਨ 'ਚ ਰੱਖਾਂਗੇ। ਇਸ ਕਰਕੇ ਸਤਿਗੁਰ ਕਹਿੰਦੇ, ਇਸ ਨਾਮ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਟਿਕਾ, ਇਸ ਧਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਨਾਮ ਦਾ ਧਿਆਨ ਤੂੰ ਅੰਦਰ ਰੱਖਿਆ ਕਰ ਔਰ ਆਪਣੇ ਉਰ ਵਿੱਚ, ਹਿਰਦੇ ਵਿੱਚ ਇਹ ਵਿਚਾਰ ਕਰਿਆ ਕਰ। ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਇਸ ਨੂੰ ਵਿਚਾਰ, ਇਸ ਨੂੰ ਨਾਮ ਨੂੰ ਹਿਰਦੇ 'ਚ ਟਿਕਾ। ਵਿਚਾਰਨ ਦਾ ਅਰਥ ਹੁੰਦਾ ਹੈ ਕਿ ਬਾਰ-ਬਾਰ ਉਸ ਨੂੰ ਸੋਚਣਾ, ਨਾਮ ਕੀ ਹੈ, ਨਾਮ ਕੀ ਕਰਦਾ ਹੈ, ਨਾਮ ਦੀ ਕੀ ਤਾਕਤ ਹੈ। ਫਿਰ ਮਹਾਰਾਜ ਵਿਆਖਿਆ ਕਰ ਰਹੇ ਨੇ, ਆਖਣ ਲੱਗੇ, ਜਿਹੇ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਉਰਤਾਰੋ। ਜੋੜ ਦੇ ਦੇ ਕੇ ਕਹਿ ਰਹੇ ਨੇ ਕਿ ਨਾਮ ਦੇਖੋ ਕੀ ਹੈ, ਜਿਸ ਨਾਮ ਨੂੰ ਜਪ ਕੇ ਗਨਕਾ ਉਧਰ ਗਈ। ਅਸਲ ਵਿੱਚ ਗਨਕਾ ਜਿਹੜੀ ਸੀ, ਉਸਦੇ ਜੀਵਨ ਦੇ ਵਿੱਚ ਉਹਨੇ ਪਾਪਾਂ ਦੇ ਰਸਤੇ ਨੂੰ ਅਪਣਾਇਆ ਸੀ। ਗਨਕਾ ਜਿਹੜਾ ਹੈ ਉਹ ਇੱਕ ਵੇਸਵਾ ਦਾ ਨਾਮ ਹੈ। ਇੱਕ ਦਿਨ ਇੱਕ ਸੰਤ ਨੇ ਇਸ ਨੂੰ, ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਇੱਕ ਤੋਤਾ ਦਿੱਤਾ ਸੀ। ਉਹ ਤੋਤਾ ਕਹਿੰਦੇ ਰਾਮ ਰਾਮ ਉਚਾਰਨ ਕਰਦਾ ਸੀ। ਉਸ ਤੋਂ ਰਾਮ ਰਾਮ ਸਿਮਰਨ ਦੀ ਲਗਨ ਕਹਿੰਦੇ ਇਸ ਵੇਸਵਾ ਦੇ ਵਿੱਚ ਲੱਗ ਗਈ ਔਰ ਇਹ ਉਹਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਔਰ ਇਸ ਤਰੀਕੇ ਦੇ ਨਾਲ ਇਹ ਗਨਕਾ ਵਰਗੀ ਪਾਪਨ ਜਿਹੜੀ ਸੀ, ਇਹ ਗਲਤ ਕੰਮਾਂ ਤੋਂ ਬਚ ਗਈ ਔਰ ਪਰਮਾਤਮਾ ਦੇ ਨਾਲ ਜੁੜ ਕੇ ਸਮਾਧੀ ਲੀਨ ਹੋ ਗਈ। ਉਸਦਾ ਉद्धार ਹੋ ਗਿਆ। ਕਿਉਂਕਿ ਜੀਵਨ ਐਡਾ ਪਾਕ ਪਵਿੱਤਰ ਹੋ ਗਿਆ, ਜਿਸ ਜੀਵਨ ਦੇ ਵਿੱਚ ਸੰਸਾਰੀ ਵਾਸਨਾਵਾਂ ਸਨ, ਉਹ ਵਾਸਨਾਵਾਂ ਖਤਮ ਹੋ ਗਈਆਂ ਜੀਵਨ ਵਿੱਚ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ, ਜਿਹੇ ਸਿਮਰਤ ਜਿਸ ਪਰਮਾਤਮਾ ਨੂੰ ਸਿਮਰ ਕੇ, ਕਹਿੰਦੇ ਸਿੱਖੋ, ਜਿਸ ਪਰਮਾਤਮਾ ਨੂੰ ਸਿਮਰ ਕੇ ਉਹਦਾ ਸਿਮਰਨ ਕਰਦਿਆਂ ਵਿਕਾਰਾਂ ਵਿੱਚ ਡੁੱਬਣ ਵਾਲੀ ਵੇਸਵਾ ਤੇ ਉਸ ਦਾ ਉद्धार ਹੋ ਗਿਆ, ਉਹ ਵਿਕਾਰਾਂ ਤੋਂ ਬਚ ਗਈ। ਤਾਂ ਮਹਾਰਾਜ ਕਹਿੰਦੇ ਤੂੰ ਵੀ ਹੈ ਭਾਈ, ਤਾਕੋ ਜਸ ਉद्धारो। ਉਸਦਾ ਜਿਹੜਾ ਜਸ ਹੈ, उसकी जिहड़ी सिफत है अपने हिरदे विच वसाई रख, तू भी विकारां तो बच जाएगा, तू भी बुराइयां तो बच जाएगा। क्योंकि साडे कोल होर कोई साधन नहीं बुराइयां तो बचन वास्ते। चंगी गल्लां जे अंदर टिकी रहियां, बुराइयां ते बचे रवांगे,
ਜੇ ਚੰਗਾ ਗਿਆਨ ਚੰਗੀ ਵਿਚਾਰ ਹਿਰਦੇ ਵਿੱਚੋਂ ਪਾਸੇ ਹੋ ਗਈ ਤਾਂ ਸਾਨੂੰ ਵੀ ਕੋਈ ਬੁਰਾਈਆਂ ਤੋਂ ਬਚਾ ਨਹੀਂ ਸਕਦਾ। ਮਨੁੱਖ ਦਾ ਪਤਾ ਨਹੀਂ ਲੱਗਦਾ ਕਿ ਕਿਸ ਵੇਲੇ ਉਹ ਕਦੋਂ ਆਪਣੇ ਜੀਵਨ ਕਿਰਦਾਰ ਤੋਂ ਡਿੱਗ ਜਾਏ। ਇਹ ਗੱਲ ਸੱਚ ਹੈ। ਪਰ ਜੇ ਆਪਾਂ ਉਸ ਪਰਮਾਤਮਾ ਦੀ ਸਿਫਤ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਾਂਗੇ ਤੇ ਉਹ ਸਿਫਤ ਸਾਨੂੰ ਇਸ ਪਾਸੇ ਨਹੀਂ ਜਾਣ ਦੇਗੀ। ਉਹ ਸਿਫਤ ਹੀ ਸੀ ਜਿਹੜਾ ਭਾਈ ਜੋਗਾ ਐਡਾ ਆਗਿਆਕਾਰੀ ਗੁਰੂ ਕਾ ਸਿੱਖ। ਪਰ ਕਈ ਵਾਰੀ ਕੀ ਹੁੰਦਾ ਨਾ, ਅਸੀਂ ਗੁਰੂ ਦੇ ਹੁਕਮ ਵਿੱਚ ਆ ਜਾਂਦੇ ਹਾਂ, ਗੁਰੂ ਦੀ ਆਗਿਆ ਵਿੱਚ ਆ ਜਾਂਦੇ ਤੇ ਉਸ ਦਾ ਵੀ ਕਈ ਵਾਰੀ ਮਾਣ ਕਰ ਲੈਂਦੇ। ਮੇਰੇ ਵਰਗਾ ਹੁਕਮੀ ਬੰਦਾ ਕਿਹੜਾ ਹੋ ਸਕਦਾ, ਮੇਰੇ ਵਰਗਾ ਤਾਂ ਆਗਿਆਕਾਰੀ ਕੋਈ ਸਿੱਖ ਨਹੀਂ ਨਾ ਹੋ ਸਕਦਾ। ਮੈਂ ਤਾਂ ਗੁਰੂ ਦੀ ਬਹੁਤ ਹੀ ਆਗਿਆ ਮੰਨਦਾ, ਗੁਰੂ ਦਾ ਹੁਕਮ ਮੰਨਦਾ। ਗੁਰੂ ਸਾਹਿਬ ਜੀ ਨੇ ਹੁਕਮ ਭੇਜਿਆ, ਉਸ ਵੇਲੇ ਹੀ ਆਨੰਦ ਕਾਰਜ ਕਰਾ ਰਹੇ ਸੀ। ਸਿੱਖ ਇਤਿਹਾਸ ਲਿਖਦਾ ਕਿ 2 ਲਾਵਾਂ ਛੱਡ ਕੇ ਆ ਗਿਆ ਗੁਰੂ ਸਾਹਿਬ ਜੀ ਦੇ ਚਰਨਾਂ। ਗੁਰੂ ਸਾਹਿਬ ਜੀ ਨੂੰ ਆਖਿਆ, ਮਹਾਰਾਜ ਤੁਹਾਡਾ ਹੁਕਮ ਪਹੁੰਚਿਆ, ਮੈਂ ਵਿੱਚ ਹੀ 2 ਲਾਵਾਂ ਛੱਡ ਦਿੱਤੀਆਂ ਵੀ ਗੁਰੂ ਦਾ ਹੁਕਮ ਪਹਿਲਾਂ, ਇਹ ਕੰਮ ਬਾਅਦ ਦੇ ਵਿੱਚ। ਗੁਰੂ ਸਾਹਿਬ ਨੇ ਕਿਹਾ, ਭਲਿਆ ਮੈਂ ਇਹ ਤੇ ਥੋੜੀ ਕਿਹਾ ਸੀ ਵੀ ਤੂੰ ਲਾਵਾਂ ਛੱਡ ਕੇ ਆਉਣੀਆਂ ਨੇ। ਪਰ ਉਹਨੂੰ ਇਸ ਗੱਲ ਦਾ ਮਾਣ ਸੀ ਵੀ ਮੈਂ ਗੁਰੂ ਦਾ ਉਸ ਵੇਲੇ ਤੁਰੰਤ ਵਚਨ ਮੰਨ ਲੈਂਦਾ, ਦੇਰੀ ਨਹੀਂ ਲਾਉਂਦਾ। ਹੁਣ ਸਤਿਗੁਰੂ ਨੇ ਕਲਾ ਵਰਤਾਈ। ਜਦੋਂ ਇਹ ਅਨੰਦਪੁਰ ਸਾਹਿਬ ਤੋਂ ਵਾਪਸ ਜਾਣ ਲੱਗਿਆ, ਰਾਤ ਪੈ ਗਈ। ਇਹ ਹੁਸ਼ਿਆਰਪੁਰ ਦਾ ਇਲਾਕਾ ਇੱਥੋਂ ਲੰਘ ਕੇ ਜਾ ਰਿਹਾ ਸੀ, ਵੇਸਵਾ ਦਾ ਘਰ ਸੀ। ਮਨ ਵਿੱਚ ਐਸੇ ਖਿਆਲ ਉਪਜੇ ਔਰ ਉਸ ਪਾਸੇ ਜਾਣਾ ਸ਼ੁਰੂ ਹੋ ਗਿਆ। ਬਾਰ-ਬਾਰ ਜਾਂਦਾ ਹੈ, ਵਾਪਿਸ ਆ ਜਾਂਦਾ ਹੈ, ਫਿਰ ਜਾਂਦਾ ਹੈ, ਵਾਪਿਸ ਆ ਜਾਂਦਾ ਹੈ। ਇਤਿਹਾਸ ਤਾਂ ਇਹ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਨੂੰ ਸਾਹਮਣੇ ਖੜੇ ਨਜ਼ਰ ਆਉਂਦੇ ਹਨ, ਉਹਨਾਂ ਨੂੰ ਦੇਖਦਾ ਵਾਪਿਸ ਹੋ ਜਾਂਦਾ ਹੈ। ਪਰ ਜਿੱਥੇ ਇਸ ਵਿਚਾਰ ਤੇ ਮੈਂ ਕੁਛ ਵਿਦਵਾਨਾਂ ਨਾਲ ਵਿਚਾਰ ਕੀਤੀ, ਉਹ ਕਹਿੰਦੇ ਨੇ ਅਸਲ ਵਿੱਚ ਇਸ ਦੇ ਅੰਦਰ ਗੁਰੂ ਕੀ ਸਿੱਖੀ ਦਾ ਅੰਸ਼ ਸੀ। ਇਸ ਨੇ ਆਪਣੇ ਜੀਵਨ ਵਿੱਚ ਗੁਰੂ ਨੂੰ ਅੰਗ ਸੰਗ ਵੇਖਿਆ ਸੀ। ਕਹਿੰਦੇ ਉਹ ਵਿਚਾਰਧਾਰਾ ਇਸ ਦੇ ਅੰਦਰ ਘਰ ਕਰਕੇ ਬੈਠੀ ਹੋਈ ਸੀ ਤੇ ਜਦੋਂ ਉਸ ਵਾਲੇ ਪਾਸੇ ਜਾਂਦਾ ਸੀ, ਇਹਨੂੰ ਲੱਗਦਾ ਸੀ ਗੁਰੂ ਸਾਹਿਬ ਤੇ ਇਹਨਾਂ ਕੰਮਾਂ ਨੂੰ ਰੋਕਦੇ ਆ। ਤੂੰ ਕਿਸ ਪਾਸੇ ਜਾ ਰਿਹਾ ਹੈ ਜੋਗਿਆ, ਤੂੰ ਤਾਂ ਕਿਸੇ ਜੋਗਾ ਨਹੀਂ ਰਹਿਣਾ ਜਿਸ ਪਾਸੇ ਚਲਾ ਗਿਆ। ਕਹਿੰਦੇ ਇਹ ਵਾਪਸ ਆ ਜਾਂਦਾ ਸੀ, ਫਿਰ ਚਲਾ ਜਾਂਦਾ ਸੀ, ਫਿਰ ਵਾਪਸ ਆ ਜਾਂਦਾ ਸੀ। ਔਰ ਸਵੇਰ ਹੋ ਗਈ, ਫਿਰ ਵਾਪਸ ਘਰ ਨਹੀਂ ਗਿਆ, ਅਨੰਦਪੁਰ ਸਾਹਿਬ ਆ ਗਿਆ। ਮਹਾਰਾਜ ਦੇ ਚਰਨ ਫੜ ਲਿਆ, ਸੱਚੇ ਪਾਤਸ਼ਾਹ ਤੁਹਾਡਾ ਐਡਾ ਆਗਿਆਕਾਰੀ ਹੁਕਮੀ ਸਿੱਖ ਅੱਜ ਜਾ ਕੇ ਉੱਥੇ ਡੋਲਣ ਲੱਗ ਪਿਆ ਸੀ, ਤੁਸੀਂ ਕਿਰਪਾ ਕੀਤੀ, ਮੈਨੂੰ ਬਚਾ ਲਿਆ। ਇਹ ਵੀ ਇੱਕ ਪਰਖ ਦਾ ਸਮਾਂ ਸੀ ਭਾਈ ਜੋਗੇ ਦਾ। ਔਰ ਜੇ ਇਸ ਦੇ ਅੰਦਰ ਜਸ ਨਾ ਹੁੰਦਾ, ਗੁਰੂ ਦਾ ਹੁਕਮ ਨਾ ਹੁੰਦਾ, ਗੁਰੂ ਕੀ ਸਿੱਖੀ ਨਾ ਹੁੰਦੀ ਤੇ ਇਹ ਵੀ ਜੋ ਡੋਲ ਜਾਣਾ ਸੀ। ਇਸ ਕਰਕੇ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਉਸ ਪਰਮਾਤਮਾ ਦੀ ਸਿਫਤ ਨੂੰ, ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਸਾ ਕੇ ਰੱਖੋ, ਕਿਉਂਕਿ ਉਹ ਨਾਮ, ਉਹ ਸਿਫਤ ਹੈ ਜਿਹੜੀ ਸਾਨੂੰ ਉਸ ਵੇਲੇ ਬਚਾ ਸਕਦੀ ਹੈ ਮਾੜੇ ਕੰਮਾਂ ਤੋਂ। ਮਾੜੇ ਕੰਮ ਕਦੋਂ ਮਨ ਨੂੰ ਪ੍ਰਭਾਵਿਤ ਕਰ ਦੇਣ, ਕੋਈ ਗਾਰੰਟੀ ਨਾਲ ਨਹੀਂ ਕਰ ਸਕਦਾ। ਇਸ ਸੰਸਾਰ ਦੇ ਵਿੱਚੋਂ ਬੇਦਾਗ ਹੋ ਕੇ ਜਾਣਾ। ਤੇ ਇੱਕ ਸੰਤ ਕੋਲ ਕੋਈ ਬੰਦਾ ਕਿਹਾ, ਕਹਿਣ ਲੱਗਾ, ਕਹਿੰਦੇ ਮਹਾਰਾਜ ਤੁਸੀਂ ਕੋਈ ਦਾਵਾ ਨਹੀਂ ਕਰਦੇ। ਕਹਿੰਦਾ ਜੀ ਗੱਲ ਏਦਾਂ ਹੈ, ਭਗਤ ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਈ, ਅਜੋ ਸੋ ਨਾਉ ਸਮੁੰਦ ਮੈਂ ਕਿਆ ਜਾਣਾ ਕਿਆ ਹੋਏ। ਕਹਿੰਦੇ ਬੇੜੀ ਸਮੁੰਦਰ ਵਿੱਚ ਹੈ, ਕਦੋਂ ਪਤਾ ਨਹੀਂ ਡਿੱਗ ਜਾਈਏ ਆਪਣੇ ਕਿਰਦਾਰ ਤੋਂ, ਆਪਣੇ ਸੰਤ ਪੁਣੇ ਤੋਂ। ਇਸ ਕਰਕੇ ਕੋਈ ਦਾਵਾ ਨਹੀਂ ਇਸ ਗੱਲ ਦਾ। ਜਦੋਂ ਉਹ ਸੰਤ ਜਾਣ ਲੱਗਿਆ, ਆਖਰਲੀ ਸਵਾਸ ਤੇ ਸੀ, ਉਸ ਬੰਦੇ ਨੂੰ ਫਿਰ ਸੱਦਿਆ। ਤੂੰ ਕਹਿੰਦਾ ਸੀ ਦਾਵਾ ਨਹੀਂ ਕਰਦੇ, ਕਹਿੰਦੇ ਹੁਣ ਮੈਂ ਦਾਵਾ ਕਰਦਾ ਹੈ। ਕਹਿੰਦੇ ਗੁਰੂ ਨਾਨਕ ਦੀ ਕਿਰਪਾ ਹੋਈ, ਰੱਬ ਦੀ ਮਿਹਰ ਹੋਈ ਕਿ ਅੱਜ ਮੈਂ ਸੰਸਾਰ ਤੋਂ ਬੇਦਾਗ ਜਾ ਰਿਹਾ, ਕਿਉਂਕਿ ਹੁਣ ਤੇ ਜਾਣ ਦਾ ਵਕਤ ਆ ਗਿਆ, ਹੁਣ ਬੇਦਾਗ ਜਾ ਰਿਹਾ ਉਹਦੀ ਕਿਰਪਾ ਨਾਲ। ਪੂਰੀ ਜ਼ਿੰਦਗੀ ਦਾਵਾ ਤਾਂ ਨਹੀਂ ਕੀਤਾ ਕਿਉਂਕਿ ਪਤਾ ਨਹੀਂ ਕਿਸ ਵੇਲੇ ਦਾਮਨ ਜਿਹੜਾ ਉਹ ਗੰਦਾ ਹੋ ਜਾਏ, ਪਰ ਹੁਣ ਮੈਂ ਬੇਦਾਗ ਜਾ ਰਿਹਾ ਸੰਸਾਰ ਤੋਂ, ਇਹ ਗੁਰੂ ਦੀ ਕਿਰਪਾ ਹੋਈ। ਔਰ ਤੈਨੂੰ ਦੱਸਣਾ ਚਾਹੁੰਦਾ, ਤੂੰ ਬਾਰ-ਬਾਰ ਕਹਿੰਦਾ ਸੀ ਇਹ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਮੈਂ ਬੇਦਾਗ ਜਾਣਾ। ਕਹਿੰਦੇ ਪਰ ਮੈਂ ਹੁਣ ਬੇਦਾਗ ਜ਼ਿੰਦਗੀ ਗੁਰੂ ਦੀ ਕਿਰਪਾ ਨਾਲ ਜੀ ਲਈ, ਹੁਣ ਬੇਦਾਗ ਹੋ ਕੇ ਜਾ ਰਿਹਾ। ਇਹ ਤਾਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦਾ ਜਸ ਅੰਦਰ ਹੋਵੇਗਾ।
ਇਹ ਗੱਲ ਯਾਦ ਰੱਖਣਾ, ਜੀਵਨ ਵਿੱਚ ਜਿਹੜੀ ਗੱਲ ਤੁਹਾਡੇ ਅੰਦਰ ਜ਼ਿਆਦਾ ਹੋਵੇਗੀ, ਜਿਹੜੀ ਵਿਚਾਰ ਜ਼ਿਆਦਾ ਹੋਵੇਗੀ, ਉਹ ਵਿਚਾਰ ਤੁਹਾਨੂੰ ਆਪਣੇ ਵੱਲ ਖਿੱਚ ਲਏਗੀ। ਜੇ ਮਾੜੀਆਂ ਵਿਚਾਰਾਂ ਨੇ ਤੇ ਔਗੁਣ ਤੁਹਾਨੂੰ ਆਪਣੇ ਵੱਲ ਖਿੱਚਣਗੇ, ਜੇ ਚੰਗੀਆਂ ਵਿਚਾਰਾਂ ਵਧਨੇ ਤੇ ਚੰਗਿਆਈ ਤੁਹਾਨੂੰ ਆਪਣੇ ਵੱਲ ਖਿੱਚੇਗੀ। ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਰਾਹ ਤੇ ਤੁਰਦੇ ਹੋ। ਚੰਗਿਆਈ ਚੰਗੀ ਜੀਵਨ 'ਚ ਹੈ ਤਾਂ ਅਸੀਂ ਚੰਗੇ ਪਾਸੇ ਜਾਵਾਂਗੇ, ਪਰ ਔਗੁਣ ਸਾਡੇ ਵਿੱਚ ਜ਼ਿਆਦਾ ਨੇ, ਔਗੁਣ ਖਿੱਚ ਲੈਣਗੇ। ਇੱਕ ਮੈਂ ਗਾਥਾ ਪੜ੍ਹਿਆ ਸੀ ਬੜੀ ਪਿਆਰੀ, ਜਿਹੜੀ ਚੀਜ਼ ਵੱਧ ਹੁੰਦੀ ਉਹ ਆਪਣੇ ਵੱਲ ਖਿੱਚਦੀ ਹੈ। ਤੇ ਇੱਕ ਸੰਤ ਸੀ, ਉਹਦੇ ਕੋਲ ਇੱਕ ਗਰੀਬ ਬੰਦਾ ਜਿਹਦੇ ਕੋਲ 1 ਰੁਪਇਆ ਸੀ, 1 ਟਕਾ ਸੀ, ਉਹ ਚਲਾ ਗਿਆ ਤੇ ਉਹ ਜਾ ਕੇ ਨਾ ਸੰਤ ਦੇ ਕੋਲ ਲੋਕ ਬੜੇ ਆਉਂਦੇ ਸਨ, ਮਾਇਆ ਦਾ ਢੇਰ ਲੱਗਿਆ ਸੀ। ਆਪਣੇ ਉਸ 1 ਟਕੇ ਦੇ ਨਾਲ ਬਾਰ-ਬਾਰ ਉਸ ਪਾਸੇ ਨੂੰ ਕਰਦਾ ਔਰ ਟਕਾ ਪਿੱਛੇ ਕਰ ਲੈਂਦਾ। 1 ਮਿੰਟ 2 ਮਿੰਟ ਕਈ ਵਾਰੀ ਹੋ ਗਏ। ਸੰਤ ਨੇ ਪੁੱਛਿਆ, ਮਤਲਬ ਬੜਾ ਸਮਾਂ ਲੰਘ ਗਿਆ, ਵੀ ਤੂੰ ਕੀ ਕਰਦਾ? ਉਹ ਕਹਿਣ ਲੱਗਾ, ਗਰੀਬ ਬੰਦਾ, ਮੈਂ ਸੁਣਿਆ ਜੀ ਮਾਇਆ ਨੂੰ ਖਿੱਚਦੀ ਹੈ। ਮੈਂ ਸੁਣਿਆ ਮਾਇਆ ਨੂੰ ਖਿੱਚਦੀ ਹੈ, ਇਸ ਕਰਕੇ ਮੈਂ ਸੋਚਿਆ ਥੋੜੀ ਬਹੁਤ ਮੇਰੇ ਕੋਲ ਵੀ ਆ ਜਾਏ। ਸੰਤ ਦੇ ਕੋਲ ਤੇ ਢੇਰ ਲੱਗੇ ਪਏ ਨੇ। ਉਸ ਸੰਤ ਨੇ ਕਿਹਾ, ਹਾਂ ਮਾਇਆ ਨੂੰ ਖਿੱਚਦੀ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ। ਕਹਿੰਦਾ ਇੱਧਰ ਸਿੱਟ ਕੇ ਵੇਖ। ਉਹਨੇ ਜੋ ਆਪਣਾ ਟਕਾ ਉੱਧਰ ਸਿੱਟਿਆ, ਉਹਨੇ ਸੋਚਿਆ ਵੀ ਸ਼ਾਇਦ ਕੋਈ ਮਹਾਤਮਾ ਜੀ ਕੁਝ ਕਰਨਗੇ। ਤੇ ਜਦੋਂ ਟਕਾ ਉੱਥੇ ਚਲਾ ਗਿਆ, ਦੇਖਿਆ ਸੰਤ ਨੇ ਕਿਹਾ, ਦੇਖ ਮਾਇਆ ਨੇ ਮਾਇਆ ਨੂੰ ਖਿੱਚ ਲਿਆ। ਬਹੁਤੀ ਮਾਇਆ ਥੋੜੀ ਮਾਇਆ ਨੂੰ ਖਿੱਚਦੀ, ਇਹ ਮਾਇਆ ਬਹੁਤੀ ਸੀ ਨਾ, ਤੇਰੇ ਕੋਲ ਥੋੜੀ ਸੀ, ਖਿੱਚ ਲਈ ਦੇਖ ਮਾਇਆ ਨੇ। ਮਾਇਆ ਜਿਸ ਪਾਸੇ ਬਹੁਤੀ ਹੋਏਗੀ ਸਾਨੂੰ ਖਿੱਚੇਗੀ। ਵਿਕਾਰ ਜਿਸ ਪਾਸੇ ਵੱਧ ਹੋਣਗੇ ਸਾਨੂੰ ਵਿਕਾਰ, ਬੁਰਾਈਆਂ ਸਾਨੂੰ ਆਪਣੇ ਵੱਲ ਖਿੱਚਣਗੀਆਂ। ਬੁਰਾਈਆਂ ਵਧਣਗੀਆਂ, ਅਸੀਂ ਬੁਰਾਈਆਂ ਵੱਲ ਜਾਵਾਂਗੇ। ਚੰਗਿਆਈਆਂ ਵਧਣਗੀਆਂ, ਅਸੀਂ ਚੰਗਿਆਈ ਵੱਲ ਜਾਵਾਂਗੇ। ਜੋ ਚੀਜ਼ ਬਹੁਤੀ ਹੁੰਦੀ ਹੈ ਨਾ, ਉਹ ਆਪਣੇ ਵੱਲ ਖਿੱਚਦੀ ਹੈ। ਧਨ ਹੀ ਧਨ ਨੂੰ ਖਿੱਚਦਾ। ਜਿੱਥੇ ਧਨ ਬਹੁਤਾ ਉੱਥੇ ਬਹੁਤਾ ਧਨ ਆਈ ਜਾਂਦਾ। ਤੁਸੀਂ ਵੇਖੋ, ਜਿਨ੍ਹਾਂ ਕੋਲ ਥੋੜਾ ਉਹਨਾਂ ਕੋਲ ਬਹੁਤਾ ਕਿੱਥੋਂ ਆ ਜਾਏਗਾ। ਇਸ ਕਰਕੇ ਸਤਿਗੁਰੂ ਜੀ ਅੱਜ ਇਹ ਵਿਚਾਰ ਸਾਡੇ ਸਮਝ ਰੱਖਣਾ ਚਾਹੁੰਦੇ ਕਿ ਜੇ ਸਿਮਰਤ ਗਨਕਾਸੀ ਉਧਰੀ, ਤਾਕੋ ਜਸ ਉਰਤਾਰੋ, ਜਿਹਨੂੰ ਸਿਮਰ ਕੇ ਗਣਕਾ ਵਰਗੀ ਪਾਪਨ ਵਿਕਾਰਾਂ ਤੋਂ ਬਚ ਸਕਦੀ ਹੈ ਭਾਈ। ਤੇ ਤੁਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਸਾ ਕੇ ਰੱਖੋ। ਫਿਰ ਕਹਿਣ ਲੱਗੇ, ਅਟਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਵੈ ਪਦ ਪਾਇਆ। ਦੁਖ ਹਰਤਾ ਇਹ ਵਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਮਹਾਰਾਜ ਕਹਿੰਦੇ, ਅਟਲ ਭਇਓ ਧਰੂ ਜਾ ਕੇ ਸਿਮਰਨ। ਧਰੂ ਜਿਹੜਾ ਹੈ ਇਹ ਰਾਜਾ ਉਥਾਨਪਾਦ ਦਾ ਪੁੱਤਰ ਸੀ ਔਰ ਮਤਰੇਈ ਮਾਂ ਦੇ ਨਿਰਾਦਤ ਦੇਖ ਕੇ ਔਰ ਇਹ ਆਪਣੇ ਰਾਜ ਪਾਟ ਨੂੰ, ਆਪਣੇ ਘਰ ਨੂੰ ਛੱਡ ਕੇ ਜੰਗਲ ਵਿੱਚ ਚਲਾ ਗਿਆ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੇਤਾ। ਪਿਤਾ ਨੇ ਪਿਆਰ ਕੀਤਾ, ਆਪਣੀ ਗੋਦ 'ਚ ਬਿਠਾ ਲਿਆ। ਪਰ ਮਤਰੇਈ ਮਾਂ ਆਈ ਇਸ ਦੀ ਰਾਣੀ ਦੂਜੀ, ਤੇ ਉਸਨੇ ਇਹਨੂੰ ਰਾਜੇ ਦੀ ਗੋਦ ਵਿੱਚ ਉਟਾਲ ਦਿੱਤਾ। ਇਸਨੇ ਆਪਣੀ ਮਾਂ ਨੂੰ ਪੁੱਛਿਆ, ਮਾਂ ਤੂੰ ਸਵਾਣੀ ਹੈ ਕਿ ਸਰੀਤਾ? ਤੂੰ ਨੌਕਰਾਨੀ ਹੈ ਜਾਂ ਰਾਣੀ ਹੈ? ਤੇ ਮਾਂ ਨੇ ਕਿਹਾ, ਬੇਟਾ ਮੈਂ ਜਨਮ ਰਾਜੇ ਦੇ ਘਰ 'ਚ ਲਿਆ, ਵਿਆਹ ਵੀ ਰਾਜੇ ਦੇ ਨਾਲ ਹੋਇਆ, ਪਰ ਕਰਮਾ ਕਰਕੇ ਤਾਂ ਮੈਂ ਨੌਕਰਾਨੀ ਹਾਂ। ਵੈਸੇ ਜਨਮੀ ਮੈਂ ਰਾਜੇ ਦੇ ਘਰ ਹਾਂ, ਵਿਆਹੀ ਵੀ ਰਾਜੇ ਨੂੰ, ਪਰ ਮੇਰੇ ਕਰਮ ਚੰਗੇ ਨਹੀਂ ਹਨ, ਕਿਉਂਕਿ ਮੈਂ ਕਦੀ ਭਗਤੀ ਨਹੀਂ ਕੀਤੀ, ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਹੁਣ ਆਪਣੀ ਮਾਂ ਨੂੰ ਗੱਲ ਪੁੱਛਦਾ, ਕਹਿੰਦੇ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਮਾਂ ਇੱਕ ਗੱਲ ਦੱਸ ਵੀ ਕਿਹੜਾ ਉਦਮ ਕਰਾਂ ਜਿਹਦੇ ਨਾਲ ਮੈਨੂੰ ਰਾਜ ਪਾਟ ਮਿਲ ਸਕੇ ਤੇ ਜਿਹੜੇ ਮੇਰੀ ਮਤਰੇਈ ਮਾਂ ਮੇਰੀ ਵੈਰਨ ਬਣੀ ਹੋਈ ਹੈ ਇਹ ਮਿੱਤਰ ਬਣ ਸਕੇ, ਰਾਜਾ ਪਿਤਾ ਮੇਰਾ ਮਿੱਤਰ ਬਣ ਸਕੇ। ਤੇ ਮਾਂ ਨੇ ਕਿਹਾ ਕਿ ਪਰਮੇਸ਼ਰ ਆਰਾਧੀ ਹੈ, ਜਿੱਦੋ ਹੋਈ ਹੈ ਪਵਿੱਤਰ ਪੁਨੀਤਾ। ਰੱਬ ਨੂੰ ਆਰਾਧਨਾ ਸ਼ੁਰੂ ਕਰ ਦੇ, ਤੂੰ ਪਵਿੱਤਰ ਤੋਂ ਪੁਨੀਤ ਬਣ ਜਾਏਗਾ, ਇਹੀ ਉਦਮ ਕਰ। ਇਹ ਗੱਲ ਸੁਣ ਕੇ ਮਾਂ ਦੀ ਕਹਿੰਦੇ ਧਰੂ ਜਿਹੜਾ ਸੀ ਉਹ ਜੰਗਲ ਨੂੰ ਚਲਾ ਗਿਆ ਔਰ ਉੱਥੇ ਜਾ ਕੇ ਸਿਮਰਨ ਕੀਤਾ। ਅਟਲ ਰਾਜ ਉਹਨੂੰ ਹਾਸਲ ਹੋਇਆ, ਆਪਣੇ ਪਿਤਾ ਦਾ ਵੀ, ਤੇ ਭਗਤੀ ਕਰਕੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਪ੍ਰਵਾਨਿਆ ਗਿਆ। ਇਹ ਗਾਥਾ ਜਿਹੜੀ ਹੈ ਭਾਈ ਗੁਰਦਾਸ ਜੀ ਨੇ ਲਿਖੀ ਹੈ।
उसने अपने जीवन च शोभा खट्टी। उसका जिक्र गुरु साहब कर रहे ने, अटल भयो ध्रुव जाकै सिमरन। ये ध्रुव वर्गा जिहड़ा भगत है उसका सिमरन करके अटल हो गया। और जो भगत रविदास जी भगत कबीर साहब ने जिक्र किया और नाम जपण वास्ते प्रेरणा की, तो उन्होंने बड़ा स्पष्ट कहा, राम जपो जी ऐसे ऐसे ध्रुव प्रहलाद जपियो हर जैसे। नाम इदा जपना चाहिए जिवें ध्रुव ते प्रहलाद ने जपिया। मैं इस तरह जपना है। मैं कई बार सोचदा कि असीं बड़ियां दी नकल करते हैं। भगत कबीर साहब कहने, मैं जे नकल ही करनी है तो मैं ध्रुव ते प्रहलाद दी करांगा। जिवें उन्होंने नाम जपिया इस तरह नाम जपांगा, क्योंकि वो नाम जप के गुरु तेग बहादुर महाराज आख रहे ने कि वो संसार दे विचों परमात्मा दे सिमरन दे राहीं तू सदा लई अटल हो गया, अटल हो गया और निर्भय पद पाया। उसदे जीवन विचों जिहड़ा डर सी ना वो खत्म हो गया। पाओ निर्भयता का आत्मिक दर्जा हासिल कर लिया, जदों कि बंदा बिल्कुल डर तो रहत हो जाता है। और डर कदों तक ने? जदों तक साडे अंदर पाप ने। पाप कदों तक ने? जदों तक साडे अंदर नाम नहीं है। क्योंकि सो डर है जे पाप कमाउंदा धर्मी विकसित। वो डरदा जिहड़ा पाप करदा है। पाप हमेशा बंदे नूं डराउंदे ने। जदों जीवन विचों पाप ही खत्म हो गए फिर डर भी नाल नाल खत्म हो गया। और जो पाप खत्म होणगे नाम सिमरन करके परमात्मा नूं आराध के उहदे डर विच आके भी मेरे कोलों कोई ऐसा गलत काम ना होवे जिहदे नाल मेरी जिंदगी जिहड़ी है वो गुरु दे सिद्धांतां तो डिग जाए, परमात्मा दी नज़र विच मैं डिग जावां। उहदा सिमरन करके ये अवस्था मिलती है। अटल भयो ध्रुव जाकै सिमरन और निर्भय पद पाया। गुरु तेग बहादुर महाराज कहने, हे भाई इस परमात्मा का सिमरन करके ध्रुव जिहड़ा सी सदा लई अटल हो गया ते उसने निर्भयता का आत्मिक उच्चा दर्जा जिहड़ा सी वो हासिल कर लिया। रब नूं मिलना ते दो अवस्था निरभो ते निर्वैर वाली असीं रोज मूल मंत्र च पढ़ते हैं। एक निरभो डर तो रहत, निर्वैर वैर तो रहत। क्योंकि जिथे वैर विरोध है उत्थे निरभो नहीं हो सकता बंदा। जिथे वैर विरोध खत्म हो जाता है उत्थे निरभो की अवस्था आ सकती है। यह भी एक लड़ी है मूल मंत्र दे विच। निरभो होना है ते निर्वैर बंदा ही निरभो हो सकता है। ये दोनों इस करके इकट्ठे अखर पाए मार, निरभो ते निर्वैर। क्योंकि निडर ही वो हो सकता है जिसका किसी नाल वैर नहीं, जिसने मन में किसी नाल वैर नहीं रखा उसनों किसी का डर नहीं। पर जिसने मन में कई नाल वैर रखा वो डरिया ही रहेगा, वो निडर कभी नहीं हो सकेगा। इस करके गुरुदेव पिता कहने उसने ऐसा पद हासिल कर लिया जिथे डर खत्म हो गया। दुख हरता ए विद को स्वामी तै काहे विसराया। गुरु साहब कहने लगे, आखदे ने गुरु महाराज कि हे भाई उस परमात्मा नूं तू क्यों भुलाया। वो तो इस तरह दुख का नाश करने वाला, जिवें ध्रुव का दुख नाश किया जिहड़ा वो दुखी होया सी, मतरी मां ने उठा लिया सी। ऐसे रब नूं तू क्यों विसार के बैठा, तू क्यों भुलाया, तू क्यों भुलाए बैठा है। वो परमात्मा ही है दुख हरता ए विद को स्वामी। क्योंकि दुख हरता जिहड़ा है ना, दुख का नाश करने वाला जिहड़ा स्वामी है, इस ढंग का जो मालक है वो अकाल पुरख वाहिगुरु है। इस करके उस अकाल पुरख वाहिगुरु के नाल जोड़। फिर कहणगे, जब ही सरन गही कृपा निध गज गरहा ते छुटा। ये भी गाथा लिखी हुई है भाई गुरदास जी ने। एक गंधर्व शराब के कारण हाथी जिहड़ा सी ना, वो एक गंधर्व सी, शराब मिलिया ते खोते की जुंज चला, हाथी की जुंज चला गया। जदों ये वरण के तलाब विच वड़िया तो तैंदवे ने इसनूं फड़ लिया। कहंदे इसने राम की बरकत के नाल तैंदवे कोलों अपने आप नूं छुड़ा लिया। सतगुरु ने वो उदाहरण दी। ये उदाहरण उस वेले बहुत प्रचलित सन। ये गल याद रखना, कई चीज़ां जिहड़ियां ने तुसीं कहोगे भी ये होया कि नहीं होया, गल ये नहीं। जो कुछ चल रहा सी सतगुरु ने उन्हां गल्लां नूं अगे रखिया।
ਸਤਿਗੁਰੂ ਜੀ ਉਸ ਮਿਥਿਹਾਸ ਨੂੰ ਇਤਿਹਾਸ ਨਹੀਂ ਬਣਾ ਰਹੇ, ਇਹ ਵੀ ਯਾਦ ਰੱਖਣਾ। ਉਹਦੇ ਉੱਤੇ ਸੱਚ ਜਾਂ ਝੂਠ ਦੀ ਮੋਹਰ ਨਹੀਂ ਲਾ ਰਹੇ। ਕਈ ਵਾਰੀ ਸਾਡੇ ਅੰਦਰ ਸਵਾਲ ਪੈਦਾ ਹੋਣਗੇ, ਮੋਹਰ ਨਹੀਂ ਲਾ ਰਹੇ। ਉਹ ਕਹਿ ਰਹੇ ਵੀ ਜੋ ਗੱਲ ਚੱਲ ਰਹੀ ਸੀ, ਜੋ ਵਿਚਾਰਧਾਰਕ ਸਮਾਜ ਦੇ ਵਿੱਚ ਸੀ, ਕਿਉਂਕਿ ਗੁਰੂ ਸਾਹਿਬ ਜੀ ਨੇ ਸਮਾਜ ਨੂੰ ਸਮਝਾਇਆ ਕਿ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ। ਜਿਸ ਵੇਲੇ ਗਜ ਨੇ ਕਿਰਪਾ ਦੇ ਮਾਲਕ ਉਸ ਅਕਾਲ ਪੁਰਖ ਵਾਹਿਗੁਰੂ, ਜਿਹੜਾ ਕਿ ਕਿਰਪਾ ਦਾ ਸਮੁੰਦਰ ਹੈ, ਉਹਦਾ ਆਸਰਾ ਲਿਆ, ਹਾਥੀ ਤੇਂਦਵੇ ਦੇ ਜਾਲ ਵਿੱਚੋਂ ਛੁੱਟ ਗਿਆ, ਉਹਦੇ ਵਿੱਚੋਂ ਨਿਕਲ ਗਿਆ ਤੇ ਕਹਿਣ ਲੱਗੇ ਮਹਿਮਾ ਨਾਮ ਕਹਾਂ ਲੋ ਵਰਨੋ। ਗੁਰੂ ਤੇਗ ਬਹਾਦਰ ਮਹਾਰਾਜ ਨੇ ਪਰਮਾਤਮਾ ਦੇ ਨਾਮ ਦੀ ਮਹਿਮਾ ਕਿੱਥੇ ਤੱਕ ਦੱਸਾਂ, ਉਹਦੀ ਵਡਿਆਈ ਕਿੱਥੇ ਤੱਕ ਦੱਸਾਂ। ਰਾਮ ਕਹਿਤ ਬੰਧਨ ਤੇ ਟੁੱਟਾ। ਉਸਨੇ ਰਾਮ ਕਿਹਾ, ਪਰਮਾਤਮਾ ਦਾ ਨਾਮ ਉਚਾਰ ਕੇ ਹਾਥੀ ਦੇ ਸਾਰੇ ਬੰਧਨ ਟੁੱਟ ਗਏ, ਤੇਰੇ ਬੰਧਨ ਨਹੀਂ ਟੁੱਟਣਗੇ। ਆਉਗੀ ਇੱਕ ਗਾਥਾ ਚਲਦੀ ਆ ਰਹੀ ਹੈ, ਇੱਕ ਵਿਚਾਰ ਚਲਦੀ ਆ ਰਹੀ ਵੀ ਜਿਹੜਾ ਹਾਥੀ ਸੀ ਉਹ ਤੇਂਦਵੇ ਤੋਂ ਬਚ ਗਿਆ, ਉਹਦੇ ਸਾਰੇ ਬੰਧਨ ਟੁੱਟ ਗਏ। ਮਹਾਰਾਜ ਕਹਿਣਾ ਚਾਹੁੰਦੇ ਤੂੰ ਨਾਮ ਜਪੇਂਗਾ ਕਿ ਤੇਰੇ ਬੰਧਨ ਨਹੀਂ ਟੁੱਟਣਗੇ। ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਉਹਦੇ ਵਿੱਚ ਮਹਾਰਾਜ ਨੇ ਲਿਖਿਆ ਕਿ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ। ਉਹਦੀ ਲਾਸਟ ਪੰਕਤੀ ਦਾਸ ਲੈਣਾ ਚਾਹੁੰਦਾ। ਗੁਰੂ ਮਹਾਰਾਜ ਕਹਿੰਦੇ ਨੇ ਗੁਰ ਬਣ ਤ੍ਰਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਗੁਰੂ ਨੇ ਤਾਂ ਬਣ ਤ੍ਰਣ ਜੰਗਲ ਦੇ ਸੁੱਕੇ ਹੋਏ ਤਿਨਕੇ ਵੀ ਹਰੇ ਭਰੇ ਕਰ ਦਿੱਤੇ। ਗੁਰੂ ਸਾਹਿਬ ਕਹਿੰਦੇ ਨਾਨਕ ਕਿਆ ਮਨੁੱਖ ਹੈ। ਨਾਨਕ ਮਨੁੱਖ ਕੀ ਹੈ ਕਿ ਮਨੁੱਖ ਨੂੰ ਹਰਾ ਭਰਾ ਨਹੀਂ ਕਰੇਗਾ। ਜੇ ਵਾਹਿਗੁਰੂ ਜੰਗਲ ਦੇ ਸੁੱਕੇ ਤਿਨਕੇ ਵੀ ਹਰੇ ਭਰੇ ਕਰ ਸਕਦਾ ਕਿ ਤੇਰੇ ਉੱਤੇ ਕਿਰਪਾ ਨਹੀਂ ਕਰੇਗਾ। ਇਹ ਲਾਸਟ ਪੰਕਤੀ ਇਹਨਾਂ ਬਚਨਾਂ ਦੀ ਕਿ ਗੁਰ ਬਣ ਤ੍ਰਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਗੁਰੂ ਨੇ ਤੇ ਬਣ ਤ੍ਰਣ ਤਿਨਕੇ ਹਰੇ ਭਰੇ ਕਰ ਦਿੱਤੇ ਕਿ ਤੈਨੂੰ ਕਿਉਂ ਨਹੀਂ ਕਰੇਗਾ। ਜੇ ਤੂੰ ਨਾਮ ਜਪੇ ਤੂੰ ਬੰਧਨਾਂ ਤੋਂ ਕਿਉਂ ਨਹੀਂ ਛੁਟਕਾਰਾ ਪਾਏਗਾ। ਜੇ ਹਾਥੀ ਛੁੱਟ ਸਕਦਾ ਹੈ ਤੂੰ ਨਾਮ ਜਪ ਕੇ ਤਾਂ ਵੇਖ ਤੇਰੇ ਵੀ ਬੰਧਨ ਖਤਮ ਹੋ ਜਾਣਗੇ ਸਾਰੇ। ਤੇਰੇ ਵਿੱਚ ਜੋ ਵੀ ਵਿਕਾਰ ਨੇ ਵਾਸਨਾਵਾਂ ਨੇ ਜਿਸ ਚੀਜ਼ ਦੇ ਵੀ ਬੰਧਨ ਨੇ ਇਹ ਸਾਰੇ ਤੇਰੇ ਟੁੱਟ ਜਾਣਗੇ। ਫਿਰ ਮਹਾਰਾਜ ਕਹਿੰਦੇ ਨੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਕੰਨੌਜ ਦਾ ਇੱਕ ਵੇਸਭਾਗਾਮੀ ਬ੍ਰਾਹਮਣ ਸੀ, ਇਸ ਦਾ ਨਾਮ ਸੀ ਅਜਾਮਲ। ਬੜੇ ਪਾਪ ਕਰਦਾ ਸੀ। ਕਿਸੇ ਮਹਾਤਮਾ ਦੇ ਕਹਿਣ ਤੋਂ ਅਜਾਮਲ ਨੇ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖ ਲਿਆ। ਜੋ ਇਹ ਕਥਾਵਾਂ ਮਿਲਦੀਆਂ ਨੇ ਪੁਰਾਤਨ ਗ੍ਰੰਥਾਂ ਵਿੱਚ, ਔਰ ਉੱਥੇ ਨਰਾਇਣ ਦਾ ਸਿਮਰਨ ਕਰਨ ਲੱਗ ਪਿਆ। ਨਰਾਇਣ ਨਰਾਇਣ ਕਹਿੰਦਾ ਸੀ, ਔਰ ਨਾਮੇ ਪ੍ਰੀਤ ਨਰਾਇਣ ਲਾਗੀ ਦੀ ਜੋ ਵਿਚਾਰ ਆਉਂਦੀ ਹੈ ਉਹ ਵੀ ਉੱਥੇ ਅਜਾਮਲ ਨਾਲ ਜੋੜ ਕੇ ਭਗਤ ਨਾਮਦੇਵ ਨੇ ਵਿਚਾਰ ਰੱਖੇ ਸਨ ਕਿ ਜਿਵੇਂ ਕਿ ਅਜਾਮਲ ਪਾਪੀ ਨਰਾਇਣ ਕਹਿ ਕੇ ਪਰਮਾਤਮਾ ਨਾਲ ਜੁੜ ਗਿਆ, ਨਾਮਦੇਵ ਵੀ ਨਰਾਇਣ ਕਹਿ ਕੇ ਰੱਬ ਦੇ ਵਿੱਚ ਜੁੜ ਗਿਆ। ਹੁਣ ਆਪਣੇ ਪੁੱਤਰ ਨੂੰ ਨਰਾਇਣ ਕਹਿ ਕੇ ਆਵਾਜ਼ ਮਾਰਦਾ ਸੀ। ਨਰਾਇਣ ਕਹਿੰਦੇ ਕਹਿੰਦੇ ਆਵਾਜ਼ਾਂ ਮਾਰਦੇ ਮਾਰਦੇ ਪਰਮਾਤਮਾ ਦੇ ਨਾਲ ਕਦੋਂ ਇਸ ਦਾ ਮਨ ਜੁੜ ਗਿਆ ਇਸ ਨੂੰ ਪਤਾ ਹੀ ਨਹੀਂ ਚੱਲਿਆ। ਔਰ ਇਸ ਨੇ ਉਹ ਜਿਹੜਾ ਜੀਵਨ ਕਿਰਦਾਰ ਇਸ ਦਾ ਬਣਿਆ ਹੋਇਆ ਸੀ, ਜੋ ਦੁਰਕਾਰ ਇਸ ਨੂੰ ਪੈਂਦੀ ਸੀ ਸਮਾਜ ਵਿੱਚੋਂ, ਉਹ ਸਾਰੀ ਦੁਰਕਾਰਾਂ ਤੋਂ ਬਚ ਗਿਆ। ਆਪਣੇ ਪੁੱਤਰ ਦਾ ਨਾਮ ਜਪਦੇ ਜਪਦੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ, ਇੱਕ ਨਿਮਖ ਦੇ ਵਿੱਚ ਉਹ ਉਹਦਾ ਨਿਸਤਾਰਾ ਹੋ ਗਿਆ, ਉਹ ਵਿਕਾਰਾਂ ਤੋਂ ਬਚ ਗਿਆ। ਵਿਕਾਰਾਂ ਤੋਂ ਬਚਣ ਵਾਲੇ ਇਹ ਨਹੀਂ ਕਿ ਜੇ ਆਪਾਂ 10 ਸਾਲ ਵਿਕਾਰ ਕੀਤੇ 10 ਸਾਲ ਲੱਗਣਗੇ, ਇੱਕ ਸੈਕਿੰਡ ਵਿੱਚ ਵੀ ਆਪਾਂ ਵਿਕਾਰਾਂ ਤੋਂ ਬਚ ਸਕਦੇ ਹਾਂ। 10 ਸਾਲ ਪਾਪ ਕੀਤੇ ਨੇ, ਪਾਪਾਂ ਤੋਂ ਨਿਕਲਣ ਵਾਸਤੇ 10 ਸਾਲ ਲੱਗਣਗੇ, ਐਸੀ ਗੱਲ ਨਹੀਂ ਹੈ। 10 ਸੈਕਿੰਡ ਵਿੱਚ ਤੁਸੀਂ ਪਾਪਾਂ ਤੋਂ ਬਚ ਸਕਦੇ ਹੋ, ਤੋਬਾ ਕਰ ਸਕਦੇ ਹੋ ਆਪਣੇ ਗੁਨਾਹ ਤੋਂ, ਆਪਣੇ ਕੀਤੇ ਹੋਏ ਪਾਪਾਂ ਤੋਂ। ਇਸ ਕਰਕੇ ਸਤਿਗੁਰ ਕਹਿੰਦੇ ਦੇਖੋ, ਜੇ ਇੱਕ ਅਜਾਮਲ ਵਰਗਾ ਪਾਪੀ ਜਿਹੜਾ ਉਹ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖ ਕੇ ਇੱਕ ਨਿਮਖ ਦੇ ਵਿੱਚ ਉਹ ਪਾਪਾਂ ਤੋਂ ਬਚ ਜਾਂਦਾ ਹੈ, ਇਸ ਬੁਰਾਈ ਤੋਂ ਬਚ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ। ਨਾਨਕ ਕਹਿੰਦਾ ਹੈ ਤੋ ਵੀ ਚਿੰਤਾ ਮਨ ਪਾਓ ਕਿ ਪਰਮਾਤਮਾ ਉਹ ਮਣੀ ਜਿਸ ਦੀ ਚੇਤਾਵਨੀ ਪੂਰੀ ਹੁੰਦੀ ਹੈ। ਮਹਾਰਾਜ ਕਹਿੰਦੇ ਉਹਨੂੰ ਤੂੰ ਵੀ ਚੇਤੇ ਕਰ, ਤੂੰ ਵੀ ਯਾਦ ਕਰ, ਤੈਂ ਵੀ ਉਤਰਸ ਪਾਰਾ ਤੇ ਤੂੰ ਵੀ ਇਸ ਤਰ੍ਹਾਂ ਪਾਰ ਹੋ ਜਾਏਗਾ। ਤੂੰ ਵੀ ਵਿਕਾਰਾਂ ਤੋਂ ਬਚ ਜਾਏਗਾ, ਤੂੰ ਵੀ ਬੁਰਾਈਆਂ ਤੋਂ ਬਚ ਜਾਏਗਾ।
ਸਾਡੇ ਜੀਵਨ ਵਿੱਚ ਕੀ ਬੁਰਾਈਆਂ ਨੇ? ਨਹੀਂ ਨੇ। ਸੱਚ ਜਾਣਨਾ, ਸਾਡੇ ਉੱਪਰ ਪਰਦੇ ਪਏ ਨੇ। ਜੇ ਪਰਦਾ ਹਟਾ ਕੇ ਕੋਈ ਦੇਖੇ ਨਾ, ਸਾਡੇ ਅੰਦਰ ਵੀ ਕਿਤਨੀਆਂ ਵਾਸਨਾਵਾਂ ਨੇ। ਕਥਾ ਕਹਿਣ ਵਾਲਿਆਂ 'ਚ, ਸੁਣਨ ਵਾਲਿਆਂ 'ਚ, ਸੰਗਤ ਕਰਨ ਵਾਲਿਆਂ 'ਚ। ਇਹ ਤੇ ਵਾਹਿਗੁਰੂ ਨੇ ਚੰਗਾ ਕੀਤਾ, ਪਰਦੇ ਪਾ ਰੱਖੇ ਸਾਰਿਆਂ ਦੇ ਉੱਤੇ। ਸਭ ਦੇ ਪਰਦੇ ਕੱਜੇ ਹੋਏ ਨੇ ਮਾਲਕ ਨੇ। ਸੱਚ ਹੈ, ਜਦੋਂ ਉਹ ਪਰਦਾ ਉਠਾਵੇ ਨਾ, ਤੇ ਫਿਰ ਪਤਾ ਲੱਗਦਾ ਕਿਤਨੀ ਬੁਰਾਈਆਂ ਸਾਡੇ ਵਿੱਚ। ਸਾਡੇ ਅੰਦਰ ਵੀ ਪਾਪ ਨੇ, ਸਾਡੇ ਅੰਦਰ ਵੀ ਬੁਰਾਈਆਂ ਨੇ। ਇਹ ਗੱਲ ਵੱਖਰੀ ਕਿ ਅਸੀਂ ਆਪਣੇ ਪਾਪ ਲੋਕਾਂ ਨੂੰ ਨਹੀਂ ਦੱਸਦੇ, ਆਪਣੀ ਚੰਗਿਆਈਆਂ ਲੋਕਾਂ ਨੂੰ ਦੱਸਦੇ। ਪਰ ਸੱਚ ਹੈ ਕਿ ਸਾਡੇ ਜੀਵਨ ਵਿੱਚ ਵੀ ਕਿਤਨੇ ਪਾਪ, ਕਿਤਨੀਆਂ ਬੁਰਾਈਆਂ ਹੋਣਗੀਆਂ। ਸਗੋਂ ਗੁਰੂ ਸਾਹਿਬ ਤਾਂ ਆਖਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਸੇ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹੇ ਸੱਚੇ ਪਾਤਸ਼ਾਹ, ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਗਲਤੀਆਂ ਸਾਡੇ ਵਿੱਚ ਵੀ ਬੜੀਆਂ ਨੇ, ਤੇ ਸਤਿਗੁਰ ਇਹੀ ਇਸ਼ਾਰਾ ਕਰ ਰਹੇ ਨੇ, ਭਾਈ ਸਿੱਖਾ, ਵੀ ਜੇ ਉਹ ਅਜ਼ਾਮਲ ਵਰਗਾ ਪਾਪੀ ਨਾਮ ਜਪ ਕੇ ਉਸਦਾ ਪਾਰ ਉਤਾਰਾ ਹੋ ਸਕਦਾ ਹੈ, ਤੇ ਤੇਰਾ ਪਾਰ ਉਤਾਰਾ ਕਿਉਂ ਨਹੀਂ ਹੋ ਸਕਦਾ? ਤੂੰ ਵੀ ਇਸ ਪਰਮਾਤਮਾ ਨੂੰ ਚੇਤੇ ਕਰ, ਅਕਾਲ ਪੁਰਖ ਵਾਹਿਗੁਰੂ ਤੂੰ ਚੇਤੇ ਕਰ, ਤਾਂ ਤੂੰ ਵੀ ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਏਗਾ। ਤੇਰਾ ਵੀ ਨਿਸਤਾਰਾ ਹੋ ਜਾਏਗਾ, ਤੂੰ ਵੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਏਗਾ। ਇਸ ਕਰਕੇ ਆਪਾਂ ਨਾਮ ਨਾਲ ਜੁੜੀਏ, ਆਪਣੇ ਮਨ ਵਿੱਚ ਉਸ ਪਰਮਾਤਮਾ ਦੀ ਸਿਫਤ ਕਰੀਏ। ਸਿਫਤ ਵੱਧਦੀ ਚਲੀ ਜਾਏਗੀ। ਯਾਦ ਰੱਖਣਾ, ਪਾਪ ਕਿਸ ਦਿਨ ਖਤਮ ਹੋ ਜਾਣਗੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ। ਸਿਫਤ ਵਧਾਉਣ ਦੀ ਲੋੜ ਹੈ, ਪ੍ਰੇਮ ਵਧਾਉਣ ਦੀ ਲੋੜ ਹੈ ਪਰਮਾਤਮਾ ਦੇ ਨਾਲ। ਕਦੋਂ ਉਸਨੇ ਆਪਣੀ ਕਿਰਪਾ ਕਰ ਦੇਣੀ ਹੈ ਸਾਨੂੰ ਪਤਾ ਵੀ ਨਹੀਂ ਚੱਲਣਾ। ਇਸ ਕਰਕੇ ਜੇ ਆਪਾਂ ਇਹਨਾਂ ਜੀਵਨ ਦੇ ਇਹਨਾਂ ਜੰਜਾਲਾਂ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਔਰ ਸਾਗਰ ਤੋਂ ਪਾਰ ਹੋਣਾ ਚਾਹੁੰਦੇ ਹਾਂ, ਵਿਕਾਰਾਂ ਤੋਂ ਤਰਨਾ ਚਾਹੁੰਦੇ ਹਾਂ, ਬਚਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਇੱਕੋ ਹੀ ਕੰਮ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਪਰਮਾਤਮਾ ਦੀ ਸਿਫਤ ਨੂੰ ਵਧਾਈਏ, ਉਹਦੇ ਨਾਮ ਨੂੰ ਵਧਾਈਏ। ਜਿਵੇਂ ਜਿਵੇਂ ਨਾਮ ਵਧੇਗਾ, ਵਾਹਿਗੁਰੂ ਦੀ ਵਡਿਆਈ ਵਧੇਗੀ, ਸਾਡੇ ਜੀਵਨ ਵਿੱਚੋਂ ਇਹ ਬੁਰਾਈਆਂ ਆਪਣੇ ਆਪ ਕੱਟ ਜਾਣਗੀਆਂ। ਕਿਉਂ ਜਦੋਂ ਭਾਂਡੇ ਵਿੱਚ ਨਾਮ ਇਤਨਾ ਭਰ ਗਿਆ, ਨਕੋ ਨਕ ਨਾਮ ਨਾਲ ਭਾਂਡਾ ਭਰ ਗਿਆ, ਇਸ ਭਾਂਡੇ ਵਿੱਚ ਬੁਰਾਈ ਨੂੰ ਰੱਖਣ ਵਾਸਤੇ ਥਾਂ ਨਹੀਂ। ਬੁਰਾਈ ਫਿਰ ਵੀ ਆਏਗੀ, ਪਰ ਜੇ ਉੱਥੇ ਜਗ੍ਹਾ ਨਹੀਂ ਤੇ ਆਪਣੇ ਆਪ ਚਲੀ ਜਾਏਗੀ। ਆਏਗੀ ਤਾਂ ਉੱਥੇ ਵੀ ਸੰਤਾਂ ਕੋਲ ਵੀ ਆਉਂਦੀਆਂ, ਰੱਬ ਦੇ ਪਿਆਰਿਆਂ ਕੋਲ ਵੀ ਆਉਂਦੀਆਂ, ਇਹ ਚੀਜ਼ਾਂ ਸਾਰੀਆਂ ਆਉਂਦੀਆਂ, ਪਰ ਉੱਥੇ ਜਦ ਥਾਂ ਨਹੀਂ ਉਹ ਆਵੇਗੀ, ਪਰ ਉੱਥੇ ਥਾਂ ਨਹੀਂ, ਫਿਰ ਉਸ ਨੂੰ ਮਜਬੂਰ ਹੋਣਾ ਪਏਗਾ ਜਾਣ ਵਾਸਤੇ। ਸੋ ਐਸੀ ਵਿਚਾਰ ਗੁਰੂ ਸਾਹਿਬ ਨੇ ਅੱਜ ਦੇ ਸ਼ਬਦ 'ਚ ਰੱਖੀ ਹੈ। ਗੁਰੂ ਕਿਰਪਾ ਕਰੇ ਕਿ ਅਸੀਂ ਇਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਸਮਝੀਏ, ਅਤੇ ਜੋ ਉਹਨਾਂ ਨੇ ਸਾਡੇ ਵਾਸਤੇ ਪੂਰਨੇ ਪਾਏ ਔਰ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ, ਤਾਂ ਕਿ ਸਾਡੇ ਵਰਗੇ ਜਿਹੜੇ ਅਲਪ ਮਤ ਦੇ ਮਾਲਕ ਨੇ ਉਹਨਾਂ ਨੂੰ ਕਿਤੇ ਸਮਝ ਆ ਸਕੇ ਵੀ ਜੇ ਅਜਾਮਲ ਵਰਗਾ ਪਾਪੀ, ਤੁਰੂ ਵਰਗਾ ਭਗਤ ਅਤੇ ਗਨਕਾ ਵਰਗੀ ਪਾਪਨ ਔਰ ਜਿਹੜਾ ਹਾਥੀ ਹੈ ਜਿਸ ਨੂੰ ਤੈਂਦਵੇ ਨੇ ਫੜ ਲਿਆ ਸੀ ਉਹ ਛੁੱਟ ਸਕਦਾ, ਤੇ ਤੇਰਾ ਵੀ ਛੁਟਕਾਰਾ ਹੋ ਸਕਦਾ। ਬਸ ਉਸਦੇ ਨਾਮ ਦੇ ਨਾਲ ਜੁੜਨ ਦੀ ਲੋੜ ਹੈ। ਜਿਵੇਂ ਨਾਮ ਤੇਰੇ ਜੀਵਨ 'ਚ ਟਿਕੇਗਾ, ਤੂੰ ਵੀ ਇਹਨਾਂ ਵਿਕਾਰਾਂ ਤੋਂ ਛੁੱਟ ਜਾਏਗਾ। ਫਿਰ ਤੇਰੇ ਹੋ ਜਾਣਗੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਭਉ ਆਪੇ ਮਿਲੇ। ਧੰਨਵਾਦ ਜੀ ਸਾਰਿਆਂ ਦਾ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇ